Dear students, आओ अज अस पढ़ते हैं चैप्टर वर्क फोर्स एंड एनर्जी। All of us do work. Some people work in the field, some people work in factories. A woman pulling a bucket full of water is also doing work. बच्चे ਇਹਦੇ ਵਿੱਚ ਉਹਨੇ ਦੱਸਿਆ ਆ ਕਿ ਅਸੀਂ ਸਾਰੇ ਹੀ ਕੰਮ ਕਰਦੇ ਹਾਂ, ਠੀਕ ਹੈ। ਵੱਖ-ਵੱਖ ਐਗਜ਼ਾਮਪਲਸ ਦਿੱਤੀਆਂ ਆ ਕਿ ਜਿਹੜੇ ਖੇਤਾਂ 'ਚ ਕੰਮ ਕਰਦੇ ਆ, ਫੈਕਟਰੀਜ਼ 'ਚ ਕੰਮ ਕਰਦੇ ਆ, ਜਾਂ ਫਿਰ ਘਰਾਂ ਦੇ ਵਿੱਚ ਵੀ ਜਿਹੜੇ ਅਸੀਂ ਕੰਮ ਕਰਦੇ ਹਾਂ ਉਹ ਸਾਰਾ ਕੀ ਹੁੰਦਾ ਆ, ਵਰਕ। Not only people but animals and machines also do work. ਸਿਰਫ ਲੋਕ ਹੀ ਨਹੀਂ ਸਗੋਂ ਐਨੀਮਲਸ ਵੀ ਤੇ ਮਸ਼ੀਨਸ ਵੀ ਕੰਮ ਕਰਦੀਆਂ ਆ। ਜਿਵੇਂ ਐਗਜ਼ਾਮਪਲ ਦਿੱਤੀ ਆ ਕਿ ਇੰਜਨ ਜਿਹੜੀ ਉਹ ਟ੍ਰੇਨ ਨੂੰ ਖਿੱਚ ਰਹੀ ਆ ਤੇ ਜਿਹੜੇ ਬਲਦ ਨੇ ਉਹ ਕਾਰਟ ਨੂੰ ਖਿੱਚ ਰਹੇ ਆ। ਟੂ ਡੂ ਐਨੀ ਵਰਕ ਫੋਰਸ ਇਜ਼ ਰਿਕੁਆਇਰਡ, ਕਿ ਕੋਈ ਵੀ ਕੰਮ ਕਰਨ ਲਈ ਫੋਰਸ ਦੀ ਲੋੜ ਪੈਂਦੀ। ਬੱਚੋ ਫੋਰਸ ਕੀ ਹੁੰਦਾ ਆ ਕਿ ਪੁਸ਼ ਔਰ ਪੁੱਲ, ਕਿ ਜਿੱਦਾਂ ਅਸੀਂ ਕਿਸੇ ਚੀਜ਼ ਨੂੰ ਧੱਕਦੇ ਜ਼ੋਰ ਦੇ ਨਾਲ ਜਾਂ ਫਿਰ ਖਿੱਚਦੇ ਹਾਂ ਤੇ ਜਿਹੜਾ ਅਸੀਂ ਉਹਦੇ ਉੱਤੇ ਜ਼ੋਰ ਲਗਾਉਂਦੇ ਹਾਂ ਨਾ, ਦੈਟ ਇਜ਼ ਫੋਰਸ। ਇਨ ਪੁਸ਼ਿੰਗ ਔਰ ਪੁਲਿੰਗ ਯੂ ਹੈਵ ਅਪਲਾਈਡ ਫੋਰਸ। ਸਮਟਾਈਮਸ ਦ ਬੋਡੀ ਮੇ ਮੂਵ, ਸਮਟਾਈਮਸ ਇਟ ਮੇ ਨਾਟ ਮੂਵ ਅੰਡਰ ਦ ਐਕਸ਼ਨ ਆਫ ਦ ਅਪਲਾਈਡ ਫੋਰਸ। ਫੋਰਸ ਇਜ਼ ਦੇਅਰ ਫॉर ਅ ਪੁਸ਼ ਔਰ ਅ ਪੁੱਲ ਵਿਚ ਮੂਵਸ ਔਰ ਟੈਂਡਸ ਟੂ ਮੂਵ ਦ ਆਬਜੈਕਟਸ। ਬੱਚੇ ਇੱਥੇ ਅੰਡਰਲਾਈਨ ਕਰੋ ਕਿ ਫੋਰਸ ਕੀ ਆ, ਇਹ ਪੁਸ਼ ਹੈ ਜਾਂ ਪੁੱਲ ਹੈ ਜਿਹੜਾ ਕਿ ਕਿਸੇ ਵੀ ਚੀਜ਼ ਨੂੰ ਮੂਵ ਕਰ ਵਿੱਚ ਹੈਲਪ ਕਰਦਾ ਜਾਂ ਫਿਰ ਅਬਾਊਟ ਟੂ ਮੂਵ ਕਰ ਦਿੰਦਾ ਹੈ। ਹਾਂਜੀ ਬੱਚੋ, ਜਿਹੜੀ ਪਿਕਚਰਸ ਦਿੱਤੀਆਂ ਨੇ ਇਹਦੇ ਵਿੱਚ ਇਹਨੇ ਐਗਜ਼ਾਮਪਲਸ ਦਿੱਤੀਆਂ ਵਾ। ਪਹਿਲੇ ਇਹਦੇ ਵਿੱਚ ਪੁਸ਼ਿੰਗ ਅ ਟੇਬਲ, ਇੱਕ ਲੜਕਾ ਜਿਹੜਾ ਉਹ ਟੇਬਲ ਨੂੰ ਪੁਸ਼ ਕਰ ਰਿਹਾ। ਸੈਕਿੰਡ ਵਿੱਚ ਪੁਲਿੰਗ ਅ ਟੇਬਲ, ਉਹਨੂੰ ਖਿੱਚ ਰਿਹਾ ਆ। ਥਰਡ ਦੇ ਵਿੱਚ ਪੈਡਲ, ਸਾਈਕਲ ਦੇ ਜਿਹੜੇ ਪੈਡਲ ਆ ਉਹਨਾਂ ਦੇ ਉੱਤੇ ਫੋਰਸ ਲਗਾ ਕੇ ਉਹਨੂੰ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਆ। ਇਸ ਕਰਕੇ ਬੱਚੇ ਜਿਹੜਾ ਫੋਰਸ ਹੈ ਨਾ ਉਹ ਕੀ ਹੈ, ਪੁਸ਼ ਔਰ ਪੁੱਲ ਔਰ ਅਪਲਾਈ ਫੋਰਸ, ਕਿ ਜਿਹੜਾ ਅਸੀਂ ਕਿਸੇ ਚੀਜ਼ ਨੂੰ ਮੂਵ ਕਰਾਉਣ ਲਈ ਜ਼ੋਰ ਲਾਉਂਦੇ, ਦੈਟ ਇਜ਼ ਅ ਫੋਰਸ। ਹਾਂਜੀ ਬੱਚੋ, ਨੈਕਸਟ ਟੌਪਿਕ ਹੈਗਾ ਟਾਈਪਸ ਆਫ ਫੋਰਸਿਸ। ਫੋਰਸਿਸ ਦੀਆਂ ਟਾਈਪਸ ਕਿਹੜੀਆਂ ਵਾ ਅਤੇ ਇਹਦੇ ਵਿੱਚ ਦੱਸਿਆ ਬੱਚੇ ਉਹਨੇ ਕਿ ਫੋਰਸਿਸ ਕੈਨ ਬੀ ਆਫ ਡਿਫਰੈਂਟ ਕਾਈਂਡਸ। ਮੈਨ ਐਂਡ ਐਨੀਮਲਸ ਯੂਜ਼ ਮਸਕੂਲਰ ਫੋਰਸ, ਜਿਹੜਾ ਕਿ ਬਾਡੀ ਦੇ ਨਾਲ, ਬਾਡੀ ਦੇ ਮਸਲਸ ਦਾ ਜ਼ੋਰ ਲੱਗਦਾ ਉਹ ਕੀ ਹੈ, ਮਸਕੂਲਰ ਫੋਰਸ ਹੈ। ਮਸ਼ੀਨਸ ਦਾ ਜਿਹੜਾ ਲੱਗਦਾ ਉਹ ਹੈਗਾ ਮਕੈਨੀਕਲ ਫੋਰਸ। ਅਤੇ ਜਿਹੜੀ ਨਾ ਅਰਥ ਹੈ ਉਹ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਆ ਉਹ ਹੈਗਾ ਗ੍ਰੈਵੀਟੇਸ਼ਨਲ ਫੋਰਸ। ਅਤੇ ਇਸੇ ਤਰ੍ਹਾਂ ਹੀ ਜਿਹੜੀ ਰਗੜ ਲੱਗਦੀ ਆ ਨਾ ਦੋ ਸਰਫੇਸਿਸ ਦੇ ਵਿੱਚ ਜਿਹੜਾ ਫੋਰਸ ਲੱਗਦਾ ਉਹਨੂੰ ਬੋਲਦੇ ਫ੍ਰਿਕਸ਼ਨਲ ਫੋਰਸ। ਹਾਂਜੀ ਨੈਕਸਟ ਹੈਗਾ ਵਰਕ। ਵੀ ਹੈਵ ਸੀਨ ਦੈਟ ਅਪਲਾਈਡ ਫੋਰਸ ਮੇ ਕਾਜ਼ ਮੂਵਮੈਂਟ ਆਫ ਦ ਆਬਜੈਕਟਸ ਵੈਨ ਵੀ ਅਪਲਾਈ ਫੋਰਸ ਔਨ ਐਨ ਆਬਜੈਕਟ ਐਂਡ ਦ ਆਬਜੈਕਟ ਮੂਵਸ ਥਰੂ ਅ ਡਿਸਟੈਂਸ ਵੀ ਸੇ ਦੈਟ ਵਰਕ ਇਜ਼ ਡਨ। ਕਹਿੰਦਾ ਕਿ ਜਦੋਂ ਨਾ ਅਸੀਂ ਕਿਸੇ ਚੀਜ਼ ਦੇ ਉੱਪਰ ਫੋਰਸ ਲਾਉਂਦੇ ਹਾਂ ਅਤੇ ਉਹ ਜਿਹੜੀ ਚੀਜ਼ ਆ ਨਾ ਥੋੜ੍ਹਾ ਜਿਹਾ ਮੂਵ ਕਰਦੀ ਹੈ ਅਤੇ ਉਹ ਜਿੰਨੀ ਡਿਸਟੈਂਸ ਮੂਵ ਕਰਦੀ ਆ ਨਾ ਉਸ ਨੂੰ ਕਹਿੰਦੇ ਆ ਵਰਕ ਇਜ਼ ਡਨ, ਕਿ ਕੰਮ ਹੋਇਆ ਆ। ਵਰਕ ਇਜ਼ ਡਨ ਵੈਨ ਲੋਡ ਇਜ਼ ਲਿਫਟਡ, ਵਰਕ ਇਜ਼ ਡਨ ਵੈਨ ਨੇਲ ਇਜ਼ ਪੁਲਡ। ਇਹ ਹੇਠਾਂ ਐਗਜ਼ਾਮਪਲਸ ਦਿੱਤੀਆਂ ਨਾ ਕਿ ਫੋਰਸ ਨੂੰ ਅਸੀਂ ਫੋਰਸ ਲਾ ਕੇ ਅਸੀਂ ਵੇਟ ਨੂੰ ਤਾਂ ਨੂੰ ਕੀਤਾ। ਸੈਕਿੰਡ ਵਿੱਚ ਹੈਗਾ ਹਥੌੜੀ ਦੇ ਨਾਲ ਕਿੱਲ ਪੁੱਟ ਰਿਹਾ ਆ, ਇਹਦੇ ਵਿੱਚ ਕੀ ਲੱਗ ਰਿਹਾ ਹੈ, ਫੋਰਸ ਲੱਗ ਕੇ ਮੋਸ਼ਨ ਹੋ ਰਹੀ ਹੈ, ਇਸ ਕਰਕੇ ਵਰਕ ਇਜ਼ ਡਨ। ਹਾਂਜੀ ਬੱਚੋ, ਅਸੀਂ ਹੁਣ ਪਿੱਛੇ ਪੜ੍ਹਿਆ ਨਾ ਕਿ ਵਰਕ ਕਿਵੇਂ ਹੁੰਦਾ ਆ, ਕਿ ਜਦੋਂ ਅਸੀਂ ਕਿਸੇ ਚੀਜ਼ ਦੇ ਉੱਪਰ ਫੋਰਸ ਲਾਉਂਦੇ ਹਾਂ ਅਤੇ ਉਹ ਚੀਜ਼ ਮੂਵ ਕਰਦੀ ਹੈ ਅਤੇ ਉਹਨੂੰ ਅਸੀਂ ਬੋਲਿਆ ਵਰਕ ਡਨ। ਹੁਣ ਬੱਚੋ ਫੋਰਸ ਲਾਉਣ ਵਾਸਤੇ ਕਿਸ ਚੀਜ਼ ਦੀ ਲੋੜ ਪਏਗੀ, ਐਨਰਜੀ ਦੀ। ਇਸ ਕਰਕੇ ਐਨਰਜੀ ਦੀ ਡੈਫੀਨੇਸ਼ਨ ਫਿਰ ਕੀ ਬਣਦੀ ਆ, ਐਨਰਜੀ ਮੇ ਬੀ ਡਿਫਾਈਨਡ ਐਜ਼ ਅ ਕਪੈਸਿਟੀ ਟੂ ਡੂ ਵਰਕ। ਕਿਸੇ ਵੀ ਕੰਮ ਨੂੰ ਕਰਨ ਦੀ ਸਮਰੱਥਾ ਨੂੰ ਕੀ ਬੋਲਦੇ ਆ, ਐਨਰਜੀ। ਹਾਂਜੀ ਬੱਚੋ, ਇਹਨੇ ਨਾ ਕੁਛ ਐਗਜ਼ਾਮਪਲਸ ਦਿੱਤੀਆਂ ਐਨਰਜੀ ਦੀਆਂ ਕਿ ਜਿਹੜਾ ਰਨਿੰਗ ਵਾਟਰ ਆ ਉਹ ਵੀ ਐਨਰਜੀ ਆ, ਹੈ ਨਾ। ਸਭ ਤੋਂ ਪਹਿਲੀ ਹੈਗੀ ਸੋਲਰ ਐਨਰਜੀ। ਇਹਦੇ ਵਿੱਚ ਜਿਹੜੇ ਸਨ ਦੀ ਲਾਈਟ ਆ ਨਾ ਉਹਦੇ ਨਾਲ ਜਿਹੜੀ ਬਿਜਲੀ ਪੈਦਾ ਕੀਤੀ ਜਾਂਦੀ ਹੈ ਉਹ ਕੀ ਹੈ, ਸੋਲਰ ਐਨਰਜੀ। ਬਿਜਲੀ ਦੇ ਨਾਲ ਜਿਹੜੀਆਂ ਚੀਜ਼ਾਂ ਚੱਲਦੀਆਂ ਉਹਦੇ ਵਿੱਚ ਕਿਹੜੀ ਹੁੰਦੀ, ਇਲੈਕਟ੍ਰੀਕਲ ਐਨਰਜੀ। ਅਤੇ ਜਿਹੜੀ ਹੀਟ ਦੇ ਨਾਲ ਜਿਹੜਾ ਹੁੰਦਾ ਮੋਸ਼ਨ ਹੁੰਦੀ ਆ ਉਹ ਕੀ ਹੈ, ਹੀਟ ਐਨਰਜੀ। ਇਸੇ ਤਰ੍ਹਾਂ ਰਨਿੰਗ ਵਾਟਰ ਦੀ ਐਨਰਜੀ ਐਟੋਮਿਕ ਐਨਰਜੀ, ਅਤੇ ਵਿੰਡ ਮਿਲ ਜਿਹੜੀ ਆ ਉਹ ਕਾਈਨੈਟਿਕ ਐਨਰਜੀ ਯੂਜ਼ ਕਰਦੀ ਹੈ। ਜੋ ਜਿਹੜੀ ਹੇਠਾਂ ਫਿਗਰ ਦਿੱਤੀ ਹੈ ਨਾ ਇਹਦੇ ਵਿੱਚ ਇਹਨੇ ਦੱਸਿਆ ਹੈ ਕਿ ਇਲੈਕਟ੍ਰੀਸਿਟੀ ਕਿਵੇਂ ਪੈਦਾ ਹੁੰਦੀ ਹੈ। ਇਹਦੇ ਵਿੱਚ ਕੀ ਕਰੀਦਾ ਆ ਕਿ ਨਾ ਵਾਟਰ ਜਿਹੜਾ ਹੁੰਦਾ ਨਾ ਉਹਨੂੰ ਉਚਾਈ ਤੋਂ ਸੁੱਟਦੇ ਆ ਅਤੇ ਉਹਦੇ ਨਾਲ ਜਿਹੜੀਆਂ ਟਰਬਾਈਨਸ ਆ ਉਹ ਘੁੰਮਦੀਆਂ ਵਾ, ਅਤੇ ਟਰਬਾਈਨਸ ਘੁੰਮਣ ਦੇ ਨਾਲ ਜਿਹੜੀ ਇਲੈਕਟ੍ਰੀਸਿਟੀ ਜਨਰੇਟ ਹੁੰਦੀ ਅਤੇ ਉਹਨੂੰ ਜਿਹੜੀ ਅਸੀਂ ਘਰਾਂ ਦੇ ਵਿੱਚ ਬਿਜਲੀ ਵਰਤਦੇ ਆ ਨਾ ਉਹ ਇਸ ਤਰੀਕੇ ਦੇ ਨਾਲ ਪੈਦਾ ਹੁੰਦੀ ਹੈ। ਹਾਂਜੀ ਬੱਚੋ, ਤੁਹਾਨੂੰ ਪਤਾ ਹੈ ਕਿ ਸਾਡੀ ਸਰੀਰ ਦੀ ਜਿਹੜੀ ਬਾਡੀ ਆ ਉਹਨੂੰ ਚਲਾਉਣ ਵਾਸਤੇ ਕਿਹੜੀ ਐਨਰਜੀ ਯੂਜ਼ ਕਰਦੇ ਆ, ਫੂਡ ਦੀ ਐਨਰਜੀ। ਅਸੀਂ ਜਿਹੜਾ ਖਾਣਾ ਖਾਂਦੇ ਆ ਨਾ ਉਹ ਸਾਡੀ ਬਾਡੀ ਦੇ ਵਿੱਚ ਜਾ ਕੇ ਐਨਰਜੀ ਦੇ ਵਿੱਚ ਚੇਂਜ ਹੋ ਜਾਂਦਾ।
ਇਸੇ ਤਰ੍ਹਾਂ ਹੀ ਜਿਹੜੀ ਸਨ ਤੋਂ ਪੈਦਾ ਹੋਣ ਵਾਲੀ એનર્ਜੀ ਉਹ ਕਿਹੜੀ ਹੈ? ਸੋਲਰ એનર્ਜੀ। ਤੇ ਬੱਚੋ ਨੈਕਸਟ ਟੌਪਿਕ ਹੈਗਾ ਕਨਵਰਸ਼ਨ ਆਫ ਦਾ ਵਨ ਫਾਰਮ ਆਫ એનર્ਜੀ ਇਨਟੂ ਅਨਦਰ ਫਾਰਮ। ਦੇਖੋ ਵੀ ਇਸ ਜਿੰਨੀ ਵੀ ਜਿਹੜੀ ਵਰਡ ਦੇ ਵਿੱਚ ਜਿੰਨੀ ਵੀ એનર્ਜੀਸ ਹੈ ਨਾ, ਇਹ ਕੀ ਹੈ ਕਿ ਜਿਹੜੀ એનર્ਜੀ ਹੈ ਨਾ ਇੱਕ ਫਾਰਮ ਤੋਂ ਦੂਸਰੇ ਫਾਰਮ ਵਿੱਚ ਚੇਂਜ ਹੁੰਦੀ ਹੈ। ਇਹਨੂੰ ਨਾ ਤਾਂ ਖ਼ਤਮ ਕੀਤਾ ਜਾ ਸਕਦਾ, ਨਾ ਹੀ ਪੈਦਾ ਕੀਤਾ ਜਾ ਸਕਦਾ ਆ। ਜਿਵੇਂ ਐਗਜ਼ਾਮਪਲ ਦੇਖਿਓ, ਜਿਹੜਾ ਮਕੈਨੀਕਲ ਵਰਕ ਦੀ એનર્ਜੀ ਆ ਉਹ ਹੀਟ એનર્ਜੀ ਚੇਂਜ ਹੋ ਜਾਂਦੀ। ਹੀਟ એનર્ਜੀ ਜਿਹੜੀ ਆ ਉਹ ਅੱਗੇ ਇਲੈਕਟ੍ਰੀਕਲ એનર્ਜੀ ਵਿੱਚ ਕਨਵਰਟ ਹੋ ਜਾਂਦੀ। ਜਿਵੇਂ ਦੇਖੋ ਵਾਚ ਦੇ ਵਿੱਚ ਘੜੀ ਦੇਖੀ ਨਾ ਸਾਰਿਆਂ ਨੇ, ਜਦੋਂ ਅਸੀਂ ਉਹਨੂੰ ਚਾਬੀ ਦਿੰਦੇ ਹਾਂ ਤਾਂ ਅਸੀਂ ਉਹਨੂੰ ਮਕੈਨੀਕਲ એનર્ਜੀ ਦਿੰਦੇ ਹਾਂ ਅਤੇ ਉਹਦੇ ਨਾਲ ਘੜੀ ਦੀਆਂ ਸੂਈਆਂ ਚੱਲਣ ਲੱਗ ਜਾਂਦੀਆਂ। ਉਹ ਇੱਕ એનર્ਜੀ ਜਿਹੜੀ ਇੱਕ ਫਾਰਮ ਤੋਂ ਦੂਸਰੇ ਚੇਂਜ ਹੋ ਜਾਂਦੀ। ਇਸੇ ਤਰ੍ਹਾਂ ਹੀ ਬੱਚੋ ਦੇਖਿਓ ਜਿਹੜੀ ਹੈਗੀ ਆ ਆਪਣੀ ਹੀਟ એનર્ਜੀ ਆ, ਹੈ ਨਾ, ਜਿਹਦੀ ਪ੍ਰੈਸ ਹੈ, ਬਿਜਲੀ ਦੀ ਪ੍ਰੈਸ ਚੱਲਦੀ ਆ, ਉਹਦੇ ਵਿੱਚ ਕੀ ਹੁੰਦਾ, ਇਲੈਕਟ੍ਰੀਕਲ એનર્ਜੀ ਜਿਹੜੀ ਹੀਟ એનર્ਜੀ ਵਿੱਚ ਚੇਂਜ ਹੋ ਜਾਂਦੀ ਆ। ਇਸ ਤਰ੍ਹਾਂ ਹੀ ਕਹਿਣ ਦਾ ਭਾਵ ਇਹ ਹੈਗਾ ਕਿ એનર્ਜੀ ਇੱਕ ਸੋਰਸ ਤੋਂ ਦੂਸਰੇ ਫਾਰਮ ਦੇ ਵਿੱਚ ਚੇਂਜ ਹੁੰਦੀ ਹੈ, ਬਟ ਉਹਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਦਾ। ਉਹ ਇੱਕ ਤਰੀਕੇ ਤੋਂ ਦੂਸਰੇ ਤਰੀਕੇ ਦੇ ਵਿੱਚ ਚੇਂਜ ਹੁੰਦੀ ਰਹਿੰਦੀ। ਇਹਨੂੰ ਬੋਲਦੇ ਕਨਵਰਸ਼ਨ ਆਫ ਵਨ ਫਾਰਮ ਆਫ એનર્ਜੀ ਟੂ ਦਾ ਅਨਦਰ ਫਾਰਮ।